ਅੱਜ ਜਿਹੜਾ ਹੈ ਕੁਰਾਲੀ ਦੇ ਨੇੜਲੇ ਪਿੰਡ ਬੜੌਦੀ ਦੇ ਵਿੱਚ ਟੋਲ ਪਲਾਜ਼ਾ ਦੇ ਉੱਤੇ ਜਿਹੜਾ ਹੈ ਕਿਸਾਨਾਂ ਅਤੇ ਲੋਕ ਹਿੱਤ ਮਿਸ਼ਨ ਦੇ ਮੈਂਬਰਾਂ ਦੇ ਵੱਲੋਂ ਜਿਹੜਾ ਹੈ ਪੂਰਨ ਤੌਰ ਤੇ ਜਿਹੜਾ ਹੈ ਆਵਾਜਾਈ ਰੋਕ ਦਿੱਤੀ ਗਈ ਹੈ। ਕਿਉਂ ਰੋਕ ਦਿੱਤੀ ਗਈ ਹੈ, ਆਓ ਤੁਹਾਨੂੰ ਲੈ ਚੱਲਦੇ ਹਾਂ ਸਿੱਧਾ ਹੀ ਕੁਰਾਲੀ ਦੇ ਨੇੜਲੇ ਪਿੰਡ ਬੜੌਦੀ ਦੇ ਟੋਲ ਪਲਾਜ਼ਾ ਦੇ ਉੱਤੇ, ਜਿੱਥੇ ਕਿ ਕਿਸਾਨਾਂ ਵੱਲੋਂ ਜਿਹੜਾ ਹੈ ਧਰਨਾ ਲਗਾਇਆ ਗਿਆ ਹੈ। ਕੀ ਲੋਕ ਹਿੱਤ ਮਿਸ਼ਨ ਦੇ ਮੈਂਬਰ ਕਹਿੰਦੇ ਨੇ, ਕੀ ਕਿਸਾਨਾਂ ਦੀ ਮੰਗ ਹੈ, ਆਓ ਤੁਹਾਨੂੰ ਲੈ ਚੱਲਦੇ ਹਾਂ। ਸਿੱਧੀਆਂ ਹੀ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ किस गल तो नाराज होकर जिहड़ा किसानां ने अज यह जिहड़ा अणमिथे समय के लिए जिहड़ा रोड जाम कर दिता है। तुसीं देख रहे हो कि बड़ौदी टोल प्लाजा के उत्ते जिहड़ा है नरेंद्र मोदी दी पुतला बना के उसनूं जिहड़ा है जुत्तियां दा हार किस तरह पहनाया गया है। तुसीं देख रहे हो लाइव तस्वीरां जिहड़ियां ने किसानां ने रोष वजों प्रधानमंत्री दे बुत बना के जिहड़ा उसनूं जुत्तियां दा हार पा के जिहड़ा उसदा किस तरह उरे निੱਘਾ स्वागत तुसीं एक तरह का देख रहे हो कि बच्चे भी जिहड़े ने इस संघर्ष दे विच जिहड़ा हिस्सा ले रहे ने। तुसीं देख रहे हो जिस देश दी नौजवान बच्चे जिहड़े इस संघर्ष दे विच आ जाण तां ओह जिहड़ा संघर्ष किन्ना कामयाब हुंदा है। तुसीं देख रहे हो कि लाइव तस्वीरां जिहड़ियां ने बड़ौदी टोल प्लाजा दीयां तुहानूं दिखाउण दी कोशिश कर रहे हैं, जिथे कि 8-10 पिंडां नूं किसानां दी जिहड़ी फसलां जिहड़ियां ने गड़ेमारी होण दे कारण जिहड़ी तबाह हो गई थी, जिस कारण उन्हां नूं कोई मुआवजा नहीं मिलिया, जिस कारण उन्हां ने जिहड़ा अज बड़ौदी टोल प्लाजा ते अणमिथे समय दे लई जिहड़ा है धरना लगा दिता है। तुसीं देख रहे हो कि बड़ौदी टोल प्लाजा दीयां लाइव तस्वीरां ने जिथे कि किसानां दी फसलां दे होए नुकसान नूं लैके किसानां नूं हले तक कोई मुआवजा नहीं दिता गया। तुसीं देख रहे हो कि ट्रैक्टर ट्रालियां लगा के पिंड दे नौजवान ते बच्चे भी जिहड़े इस संघर्ष दे विच हिस्सा ले रहे ने। तुसीं लाइव तस्वीरां देख रहे हो पिंड बड़ौदी टोल प्लाजा दीयां ने। ਇਹ ਲਾਈਵ ਤਸਵੀਰਾਂ ਬੜੌਦੀ ਟੋਲ ਪਲਾਜ਼ਾ ਦੀਆਂ ਨੇ ਜਿੱਥੇ ਕਿ ਕਿਸਾਨਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦੇ ਗੜੇਮਾਰੀ ਕਾਰਨ ਜੋ ਉਹਨਾਂ ਦੇ ਫਸਲਾਂ ਦਾ ਨੁਕਸਾਨ ਹੋ ਗਿਆ ਤਾਂ ਉਸ ਕਾਰਨ ਜਿਹੜਾ ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ। ਮੁਆਵਜ਼ਾ ਨਾ ਮਿਲਣ ਤੇ ਜਿਹੜਾ ਹੈ ਬੜੌਦੀ ਟੋਲ ਪਲਾਜ਼ਾ ਕੁਰਾਲੀ ਦੇ ਨੇੜਲੇ ਪਿੰਡ ਦੇ ਵਿੱਚ ਪੈਂਦਾ ਹੈ, ਬਿਲਕੁਲ ਜਿਹੜਾ ਹੈ ਅਣਮਿੱਥੇ ਸਮੇਂ ਲਈ ਆਵਾਜਾਈ ਰੋਕ ਦਿੱਤੀ ਹੈ ਕਿਸਾਨਾਂ ਨੇ। ਤੁਸੀਂ ਦੇਖ ਰਹੇ ਹੋ ਕਿ ਲਾਈਵ ਤਸਵੀਰਾਂ ਜਿਹੜੀਆਂ ਨੇ ਕਿਸਾਨਾਂ ਨੇ ਜਿਹੜੇ ਟਰੈਕਟਰ ਤੇ ਟਰਾਲੀਆਂ ਲਗਾ ਕੇ ਜਿਹੜੀ ਹੈ ਪੂਰਨ ਤੌਰ ਤੇ ਜਿਹੜੀ ਆਵਾਜਾਈ ਰੋਕ ਦਿੱਤੀ ਹੈ। ਤੇ ਇਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਹਨਾਂ ਨੂੰ ਜਿਹੜਾ ਮੁਆਵਜ਼ਾ ਨਹੀਂ ਮਿਲਦਾ ਹੈਗਾ ਉਦੋਂ ਤੱਕ ਜਿਹੜਾ ਉਹਨਾਂ ਦਾ ਇਹ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ ਤੇ ਉਦੋਂ ਤੱਕ ਜਿਹੜਾ ਇਹ ਰੋਡ ਵੀ ਜਿਹੜਾ ਅਣਮਿੱਥੇ ਸਮੇਂ ਲਈ ਜਿਹੜਾ ਹੈ ਬੰਦ ਰਹੇਗਾ। ਤੁਸੀਂ ਦੇਖ ਰਹੇ ਹੋ ਕਿ ਬੜੌਦੀ ਟੋਲ ਪਲਾਜ਼ਾ ਦੇ ਉੱਤੇ ਜਿਹੜਾ ਕਿਸਾਨਾਂ ਵੱਲੋਂ ਜਿਹੜਾ ਹੈ ਫਸਲਾਂ ਦੇ ਮੁਆਵਜ਼ੇ ਨੂੰ ਲੈ ਕੇ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਮੁਕੰਮਲ ਤੌਰ ਤੇ ਜੇ ਆਪਾਂ ਗੱਲ ਕਰੀਏ ਕਿ ਕਿਸਾਨਾਂ ਦੀ ਜਿਹੜੇ ਔਰ 10 ਪਿੰਡਾਂ ਦੀ ਫਸਲਾਂ ਜਿਹੜੀਆਂ ਤਬਾਹ ਹੋ ਗਈਆਂ ਸੀ ਗੜੇਮਾਰੀ ਦੇ ਕਾਰਨ, ਉਸ ਕਾਰਨ ਜਿਹੜਾ ਅੱਜ ਬੜੌਦੀ ਟੋਲ ਪਲਾਜ਼ਾ ਪੂਰਨ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ। ਤੁਸੀਂ ਦੇਖ ਰਹੇ ਹੋ ਕਿ ਲਾਈਵ ਤਸਵੀਰਾਂ ਜਿਹੜੀਆਂ ਨੇ ਕੁਰਾਲੀ ਦੇ ਬੜੌਦੀ ਟੋਲ ਪਲਾਜ਼ਾ ਦੀਆਂ ਨੇ ਜਿੱਥੇ ਕਿ ਕਿਸਾਨਾਂ ਦੇ ਵੱਲੋਂ ਜਿਹੜਾ ਪੂਰਨ ਤੌਰ ਤੇ ਜਿਹੜਾ ਇਸ ਟੋਲ ਪਲਾਜ਼ਾ ਨੂੰ ਬੰਦ ਕਰਕੇ ਜਿਹੜਾ ਹੈ ਆਵਾਜਾਈ ਵੀ ਜਿਹੜੀ ਬਿਲਕੁਲ ਬੰਦ ਕਰ ਦਿੱਤੀ ਗਈ ਹੈ। ਲਾਈਵ ਤਸਵੀਰਾਂ ਜਿਹੜੀਆਂ ਨੇ ਤੁਸੀਂ ਦੇਖ ਰਹੇ ਹੋ ਬੜੌਦੀ ਟੋਲ ਪਲਾਜ਼ਾ ਦੀਆਂ ਨੇ। ਹਾਂਜੀ ਸਾਰੇ ਵੀਰ ਆਪਣੇ ਆਪਣੇ ਸੀਟਾਂ ਤੇ ਤੁਸੀਂ ਦੇਖ ਰਹੇ ਹੋ ਕਿ ਬੜੌਦੀ ਟੋਲ ਪਲਾਜ਼ਾ ਦੇ ਉੱਤੇ ਜਿਹੜਾ ਕਿਸਾਨਾਂ ਵੱਲੋਂ ਜਿਹੜਾ ਹੈ ਫਸਲਾਂ ਦੇ ਮੁਆਵਜ਼ੇ ਨੂੰ ਲੈ ਕੇ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਮੁਕੰਮਲ ਤੌਰ ਤੇ ਜੇ ਆਪਾਂ ਗੱਲ ਕਰੀਏ ਕਿ ਕਿਸਾਨਾਂ ਦੀ ਜਿਹੜੇ ਔਰ 10 ਪਿੰਡਾਂ ਦੀ ਫਸਲਾਂ ਜਿਹੜੀਆਂ ਤਬਾਹ ਹੋ ਗਈਆਂ ਸੀ ਗੜੇਮਾਰੀ ਦੇ ਕਾਰਨ, ਉਸ ਕਾਰਨ ਜਿਹੜਾ ਅੱਜ ਬੜੌਦੀ ਟੋਲ ਪਲਾਜ਼ਾ ਪੂਰਨ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ। ਤੁਸੀਂ ਦੇਖ ਰਹੇ ਹੋ ਕਿ ਲਾਈਵ ਤਸਵੀਰਾਂ ਜਿਹੜੀਆਂ ਨੇ ਕੁਰਾਲੀ ਦੇ ਬੜੌਦੀ ਟੋਲ ਪਲਾਜ਼ਾ ਦੀਆਂ ਨੇ ਜਿੱਥੇ ਕਿ ਕਿਸਾਨਾਂ ਦੇ ਵੱਲੋਂ ਜਿਹੜਾ ਪੂਰਨ ਤੌਰ ਤੇ ਜਿਹੜਾ ਇਸ ਟੋਲ ਪਲਾਜ਼ਾ ਨੂੰ ਬੰਦ ਕਰਕੇ ਜਿਹੜਾ ਹੈ ਆਵਾਜਾਈ ਵੀ ਜਿਹੜੀ ਬਿਲਕੁਲ ਬੰਦ ਕਰ ਦਿੱਤੀ ਗਈ ਹੈ। ਲਾਈਵ ਤਸਵੀਰਾਂ ਜਿਹੜੀਆਂ ਨੇ ਤੁਸੀਂ ਦੇਖ ਰਹੇ ਹੋ ਬੜੌਦੀ ਟੋਲ ਪਲਾਜ਼ਾ ਦੀਆਂ ਨੇ। ਹਾਂਜੀ ਸਾਰੇ ਵੀਰ ਆਪਣੇ ਆਪਣੇ ਸੀਟਾਂ ਤੇ किसान मजदूर एकता जिंदाबाद, किसान मजदूर एकता जिंदाबाद, केंद्र दी सरकार मुर्दाबाद, केंद्र दी सरकार मुर्दाबाद, पंजाब सरकार मुर्दाबाद, पंजाब सरकार मुर्दाबाद, मनप्रीत मुर्दाबाद, मनप्रीत मुर्दाबाद, मनप्रीत मुर्दाबाद, हित मिशन जिंदाबाद, हित मिशन जिंदाबाद,
ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਜੀ ਰਵਿੰਦਰ ਸਿੰਘ ਬੈਂਸ ਬਿੰਦਰਖ ਤੋਂ। ਹਾਂਜੀ। ਤੇ ਤੁਸੀਂ ਇਹੀ ਪੁੱਛਣਾ ਚਾਹੁੰਦੇ ਆ, ਪਹਿਲਾਂ ਤਾਂ ਮੈਂ ਸਾਰੇ ਮੀਡੀਆ ਦਾ ਤੁਹਾਡਾ ਧੰਨਵਾਦ ਕਰਦਾ। ਤੁਸੀਂ ਜਿਹੜੇ ਇਲਾਕੇ ਦੇ ਮਸਲੇ ਆ ਉਹਨਾਂ ਨੂੰ ਤੁਸੀਂ ਬਾਖੂਬੀ ਬਹੁਤ ਹੀ ਸੋਹਣੇ ਢੰਗ ਨਾਲ ਪ੍ਰਸ਼ਾਸਨ ਦੇ ਅੱਗੇ ਉਠਾਉਂਦੇ ਆ, ਪਰ ਪ੍ਰਸ਼ਾਸਨ ਤੇ ਸਰਕਾਰ ਤਾਂ ਦਿੱਲੀ ਨੂੰ ਜਾ ਰਹੀ ਹੈ ਸਰਕਾਰ ਬਚਾਉਣ ਲਈ। ਆਪਣੀਆਂ ਗੱਦੀਆਂ ਕੁਰਸੀਆਂ ਦੀ ਚਿੰਤਾ ਉਹਨਾਂ ਨੂੰ ਇੱਥੇ ਲੋਕ ਕੋਵਿਡ ਨਾਲ ਮਰਦੇ ਆ, ਲੋਕਾਂ ਨੂੰ ਮੁਆਵਜ਼ਾ ਨਹੀਂ ਮਿਲ ਰਿਹਾ, ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈ ਤੇ ਲੋਕਾਂ ਦਾ ਬੁਰਾ ਹਾਲ ਹੈ, ਸਿਹਤ ਸਹੂਲਤਾਂ ਕੱਖ ਨਹੀਂ ਹੈ, ਉਹਨਾਂ ਨੂੰ ਕੋਈ ਚਿੰਤਾ ਨਹੀਂ ਹੈ। ਇਹ ਸਰਕਾਰ ਕੱਲੀ ਪੰਜਾਬ ਦਾ ਨਹੀਂ, ਕੱਲੀ ਇਹ ਸਾਰੇ ਦੇਸ਼ ਦੀਆਂ ਜਿਹੜੀਆਂ ਸਟੇਟ ਸਰਕਾਰਾਂ ਤੇ ਸੈਂਟਰ ਦੀ ਸਰਕਾਰ ਦਾ ਆਹੀ ਹਾਲ ਹੈ। ਜਿਹੜਾ ਅੱਜ ਧਰਨਾ ਲਗਾਇਆ ਇਹਦਾ ਮਕਸਦ ਕੀ ਹੈ? ਇਹਦਾ ਮਕਸਦ ਤੁਹਾਨੂੰ ਮੇਰੇ ਸਾਥੀ ਗੁਰਪ੍ਰੀਤ ਨੇ, ਹੋਰ ਲੰਬੜਦਾਰ ਜੀ ਨੇ ਵੀ ਦੱਸਿਆ। ਇਹ ਮੁੱਦਾ ਇਹ ਹੈ ਵੀ ਗੌਰਮੈਂਟ ਕਹਿੰਦੇ ਆ ਵੀ ਮਿੰਟ ਦੀ ਗੌਰ ਕਰਦੀ ਹੈ। ਪਿਛਲੇ 14 ਮਹੀਨੇ ਤੋਂ ਲੋਕਾਂ ਨੂੰ 1 ਰੁਪਿਆ ਮੁਆਵਜ਼ਾ ਨਹੀਂ ਦਿੱਤਾ, ਜਿਨ੍ਹਾਂ ਦਾ 100/100 ਖਰਾਬਾ ਹੋ ਗਿਆ। ਜਿਹੜੀ ਇਹ ਆਪਣੀ ਹਾੜੀ ਦੀ ਫਸਲ ਹੁੰਦੀ ਹੈ, ਇਹ ਤੇ ਲੋਕਾਂ ਦੀਆਂ ਬਹੁਤ ਆਸਾਂ ਹੁੰਦੀਆਂ। ਕਣਕ, ਗੰਨਾ, ਬਰਸੀਨ, ਮਤਲਬ ਕਿ ਇੰਨਾ ਜ਼ਿਆਦਾ ਪਿਛਲੀ 12-13 ਮਾਰਚ ਨੂੰ 2020 ਚ ਇੰਨਾ ਜ਼ਿਆਦਾ ਉਹ ਹੋਈ ਸੀਗੀ ਗੜੇਮਾਰੀ, ਤੇ ਟੋਟਲ ਲਾਸ ਹੋਇਆ 10-15-20 ਪਿੰਡਾਂ 'ਚ। ਹੋਈ ਤਾਂ ਸਾਰੇ ਹੈ ਪਰ ਹੋਰ ਘੱਟ ਹੋਈ ਹੈ, ਪਰ ਇਹ ਕੋਈ ਮੁਆਵਜ਼ਾ ਨਹੀਂ ਦਿੱਤਾ। ਸਰਕਾਰ ਨੇ ਆਪਣਾ ਨੁਮਾਇੰਦਾ ਹੁੰਦਾ ਐਸਡੀਐਮ ਸਾਹਿਬ ਆਪ ਆ ਕੇ ਗਰਦੌਰੀ ਦੇ ਹੁਕਮ ਦੇ ਕੇ ਗਏ। ਸਾਨੂੰ ਹੁਣ ਗੁਪਤ ਸੂਚਨਾਵਾਂ ਮਿਲੀਆਂ ਕਿ ਪ੍ਰਸ਼ਾਸਨ ਨੇ ਤਾਂ ਗਰਦੌਰੀ ਵੀ ਸਹੀ ਨਹੀਂ ਕਰੀ। ਇਹ ਲੋਕਾਂ ਨੂੰ ਮਤਲਬ ਕਿ ਪਹਿਲੇ ਦਿਨ ਤੋਂ ਹੀ ਇਹ ਚਾਹੁੰਦੇ ਆ ਵੀ ਸਾਡੀ ਹੋਂਦ ਨੂੰ ਇਹ ਨਹੀਂ ਸਮਝਦੇ ਵੀ ਬੰਦੇ ਕੌਣ ਹੈ ਕੌਣ ਨਹੀਂ, ਜਦ ਕਿ ਸਰਕਾਰ ਦੇ ਕੋਲ ਜਿਹੜਾ ਇੱਕ ਫੰਡ ਰੱਖਿਆ ਜਾਂਦਾ ਬਕਾਇਦਾ ਤੌਰ ਤੇ, ਜਿਹਨੂੰ ਕਹਿੰਦੇ ਆ ਵੀ ਕੁਦਰਤੀ ਆਫਤ ਦਾ ਫੰਡ, ਉਹ ਰੱਖਿਆ ਜਾਂਦਾ। ਉਹ ਕਿੱਥੇ ਜਾਂਦਾ ਸਾਨੂੰ ਸਮਝ ਨਹੀਂ ਆਉਂਦੀ। ਲੋਕਾਂ ਦਾ ਲੱਖ 2-2 ਲੱਖ ਰੁਪਇਆ ਨੁਕਸਾਨ ਹੋਇਆ ਕੱਲੇ ਘਰ ਦਾ, ਇਹਨਾਂ ਨੂੰ ਇੱਕ ਚੁਆਨੀ ਨਹੀਂ ਹੁਣ ਤੱਕ ਦਿੱਤੀ। ਸੋ ਬੇਨਤੀ ਹੈ ਵੀ ਪ੍ਰਸ਼ਾਸਨ ਨੂੰ ਅਜੇ ਵੀ ਬੇਨਤੀ ਕਰਦੇ ਵੀ ਜਦ ਤੱਕ ਤੁਸੀਂ ਇਹਦਾ ਹੱਲ ਨਹੀਂ ਕਰਦੇ ਉਦੋਂ ਤੱਕ ਇਹ ਧਰਨਾ ਜਾਰੀ ਰਹੂਗਾ। ਲੋਕ ਕਿਸੇ ਨਾ ਕਿਸੇ ਰੂਪ ਵਿੱਚ, ਇਹ ਰੂਪ ਵਿੱਚ, ਕਿਸੇ ਬਦਲਵੇਂ ਰੂਪ ਵਿੱਚ, ਜਗ੍ਹਾ ਸਥਾਨ ਬਦਲਿਆ ਜਾ ਸਕਦਾ, ਰੂਪ ਬਦਲਿਆ ਜਾ ਸਕਦਾ, ਪਰ ਸੰਘਰਸ਼ ਜਾਰੀ ਰਹੂਗਾ। ਸਰ ਜੀ ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਹੈ ਜੀ ਗੁਰਪ੍ਰੀਤ ਸਿੰਘ ਕਾਦੀ ਮਾਜਰਾ। ਮੈਂ ਲੋਕ ਹਿੱਤ ਮਿਸ਼ਨ ਦਾ ਮੈਂਬਰ ਹਾਂ, ਜੋ ਇੱਥੇ ਧਰਨਾ ਕਿਸਾਨੀ ਸੰਘਰਸ਼ ਚੱਲ ਰਿਹਾ 8 ਮਹੀਨੇ ਤੋਂ ਬੜੌਦੀ ਟੋਲ ਤੇ, ਉਹਦਾ ਮੈਂਬਰ ਹੈ। ਸੋ ਪਿਛਲੇ ਸਾਲ ਮਾਰਚ ਮਹੀਨੇ ਚ 12-13 ਮਾਰਚ ਨੂੰ ਆਪਣੇ ਇਲਾਕੇ ਚ ਅਸਮਾਨੀ ਕਹਿਰ ਵਰਤਿਆ ਸੀ, ਗੜੇਮਾਰੀ ਹੋਈ ਸੀ ਬਹੁਤ ਭਾਰੀ, ਜਿਹਦੀ 2 ਦਿਨ ਤੱਕ ਬਰਫ਼ ਪਿੰਡਾਂ 'ਚ ਪਈ ਰਹੀ। ਫੋਟੋਆਂ ਵੀ ਖਿੱਚੀਆਂ ਸੀਗੀਆਂ, ਅਖਬਾਰਾਂ 'ਚ ਨਿਊਜ਼ਾਂ ਲੱਗੀਆਂ ਸੀਗੀਆਂ, ਪ੍ਰਸ਼ਾਸਨ ਦੇ ਅਧਿਕਾਰੀ ਵੀ ਆਏ ਸੀ, ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਵੀ ਆਏ ਸੀ। ਸੋ ਸਾਰਿਆਂ ਨੇ ਇਹ ਕਿਹਾ ਸੀਗਾ ਵੀ ਤੁਹਾਨੂੰ ਬਣਦਾ ਤੁਹਾਡਾ ਹੱਕ ਦਿੱਤਾ ਜਾਊਗਾ, ਤੁਹਾਨੂੰ ਬਣਦਾ ਤੁਹਾਡਾ ਮੁਆਵਜ਼ਾ ਦਿੱਤਾ ਜਾਊਗਾ। ਸੋ ਅੱਜ 14 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਕੋਈ ਇਲਾਕੇ ਨੂੰ 7-8 ਪਿੰਡਾਂ 'ਚ ਜਿਨ੍ਹਾਂ ਦਾ ਨੁਕਸਾਨ 100% ਹੋਇਆ ਸੀ, ਉਹਨਾਂ ਨੂੰ 1 ਰੁਪਿਆ ਮੁਆਵਜ਼ਾ ਨਹੀਂ ਮਿਲਿਆ। ਸੋ ਇਲਾਕੇ ਨੇ ਇਕੱਠੇ ਹੋ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀਗੀ ਪਿੰਡ ਮੁੰਦੋਂ 'ਚ। ਅਲਟੀਮੇਟ ਦਿੱਤਾ ਸੀਗਾ 4 ਜੂਨ ਦਾ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ, ਪਰ ਪ੍ਰਸ਼ਾਸਨ ਤੇ ਸਰਕਾਰ ਦੇ ਕੋਈ ਕੰਨਾਂ ਤੇ ਬਹੁਤੀ ਜੂ ਨਹੀਂ ਸਰਕੀ। ਆਏ ਸੀ ਅਧਿਕਾਰੀ ਤੇ ਮਿੱਠੀਆਂ ਜਿਹੀਆਂ ਗੋਲੀਆਂ ਦੇ ਕੇ ਚਲੇ ਗਏ ਕਿ ਕੋਵਿਡ ਦਾ ਸਮਾਂ ਹੈ, ਸਾਡੇ ਕੋਲੇ ਫਾਈਲਾਂ ਨਹੀਂ ਪਹੁੰਚੀਆਂ, ਸਾਡੇ ਕੋਲੇ ਪੂਰਾ ਡਾਟਾ ਨਹੀਂ ਹੈ। ਸਾਰਾ ਕੁਝ ਹੋਣ ਦੇ ਬਾਵਜੂਦ ਵੀ ਇਹਨਾਂ ਨੇ 1 ਰੁਪਈਆ ਨਹੀਂ ਦਿੱਤਾ ਇਲਾਕੇ ਨੂੰ। ਸੋ ਇਲਾਕਾ ਇਕੱਠਾ ਹੋ ਕੇ ਅੱਜ 4 ਜੂਨ ਨੂੰ ਜੋ ਕਾਲ ਦਿੱਤੀ ਸੀਗੀ ਇਸ ਬੜੌਦੀ ਟੋਲ ਤੇ, ਉਹ ਅਸੀਂ ਜਾਮ ਲਾਇਆ ਹੋਇਆ। ਹਾਂਜੀ ਵੀਰ ਜੀ ਕੀ ਨਾਮ ਹੈ ਜੀ ਤੁਹਾਡਾ? ਮੇਰਾ ਦਲਵਿੰਦਰ ਸਿੰਘ ਬੈਨੀਪਾਲ ਹੈ ਜੀ। ਇਹ ਜੋ ਪਿੰਡਾਂ ਦਾ ਹੋਇਆ ਤਾਂ ਗੜੇਮਾਰੀ ਹੋਏ ਤੇ 14 ਮਹੀਨੇ ਹੋ ਗਏ ਜੀ। ਮਤਲਬ ਪਟਵਾਰੀਆਂ ਨੇ ਗਰਦੌਰੀ ਵੀ ਨਹੀਂ ਕਰੀ। ਹੁਣ ਰਜਿਸਟਰ ਟੋਲਦੇ ਫਿਰਦੇ, ਜ਼ਿਮੀਂਦਾਰਾਂ ਨੂੰ ਪੁੱਛਦੇ ਫਿਰਦੇ ਵੀ ਫਲਾਣੇ ਖੇਤ ਮੈਂ ਤੇਰਾ ਕਿਹਾ ਤਾ, ਫਲਾਣੇ ਮੈਂ ਕਿਹਾ ਤਾ। ਇਹ ਮਤਲਬ ਪਟਵਾਰੀ ਵੀ ਨਾਲ ਇਹ ਸਰਕਾਰ ਦੇ ਨਾਲ ਮਿਲੇ ਹੋਏ ਆ। ਆਪਣਾ ਤਹਿਸੀਲਦਾਰ ਨੇ ਹੁਣ ਢੋਲਦਾ ਫਿਰਦਾ ਰਿਕਾਰਡ, ਕੱਲ ਦੇ ਪਰਸੋਂ ਦੇ ਲੱਗੇ ਮੇਰੇ ਰਿਕਾਰਡ ਟੋਲ ਉੱਤੇ ਵੀ ਰਿਕਾਰਡ ਦੇਖੋ ਜਾਲੀ ਗਰਦੌਰੀਆਂ ਲੱਗੇ ਬਣਾਉਣ ਬੈਠ ਕੇ ਉੱਥੇ ਪਟਵਾਰੀ ਵੀ। ਮੇਰੇ ਕੋਲ ਸਬੂਤ ਹੈਗਾ ਉਹਨਾਂ ਦਾ। ਪਰ ਜਦ ਤੱਕ ਸਾਨੂੰ ਇਹ ਜ਼ਿਮੀਂਦਾਰਾਂ ਨੂੰ ਪੈਸੇ ਨਹੀਂ ਦਿੰਦੇ, ਅਸੀਂ ਉਰੇ ਤੇ ਲੋਕਾਂ ਦੀ ਸਲਾਹ ਨਾਲ, ਜਨਤਾ ਦੀ ਸਲਾਹ ਨਾਲ ਅਸੀਂ ਉਰੇ ਤੇ ਪੱਕਾ ਜਾਮ ਰੱਖਾਂਗੇ। ਦਿੱਲੀ ਬੈਠੇ ਨਾਲ ਦੀ ਨਾਲ ਉਰੇ ਬੈਠੇ ਰਹਾਂਗੇ। ਜਿਹੜੇ ਲੀਡਰ ਆਏ ਤੇ ਅਫਸਰ ਆਏ ਤੇ ਕਿਆ ਲਾਰੇ ਲਾ ਕੇ ਚਲੇ ਗਏ ਜੀ? ਉਹ ਤਾਂ ਜੀ ਹੁਣ ਉਦਣ ਆਏ ਤੇ ਲਾਰਾ ਲਾ ਕੇ ਗਏ ਜੀ, ਕਹਿੰਦੇ ਅਸੀਂ 3 ਮਹੀਨੇ ਤੱਕ ਬਣਾਉਂਗੇ, ਚਾਹੇ ਕਿੰਨੇ ਸਾਡੀ ਲਿਸਟ ਬਣਦੀ ਹੈ। ਸਾਡਾ ਉੱਥੇ ਹੜਤਾਲ ਚੱਲਦੀ ਹੈ ਜੀ, ਹੜਤਾਲ ਚੱਲਦੀ ਹੈ ਵੀ ਅਸੀਂ ਉਹ ਕਰੂੰਗੇ ਜੀ, 3 ਮਹੀਨੇ ਬਾਅਦ ਦਊਂਗੇ ਜੀ। ਪਰ ਅਸੀਂ 14 ਮਹੀਨੇ ਹੋ ਗਏ, 3 ਮਹੀਨੇ ਕੋਈ ਇੰਤਜ਼ਾਰ ਅਸੀਂ ਨਹੀਂ ਕਰਨਾ। ਹੁਣ ਇਹ ਸੰਗਤ ਦਾ ਫੈਸਲਾ ਹੋਊਗਾ ਅੱਜ। ਜੀ ਤੁਹਾਡਾ? ਮੇਰਾ ਗੁਰਜੀਤ ਸਿੰਘ ਬੈਨੀਪਾਲ ਹੈ ਜੀ। ਗੁਰਜੀਤ ਸਿੰਘ ਜੀ, ਜਿਹੜਾ ਅੱਜ ਔਰੇ ਕਿਸਾਨਾਂ ਵੱਲੋਂ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ, ਕੀ ਕਹਿਣਾ ਚਾਹੁੰਦੇ ਹੋ ਜੀ? ਦੇਖੋ, ਇਹ ਧਰਨਾ ਕੋਈ ਚੌਲ ਨੂੰ ਤਾਂ ਲਾਇਆ ਨਹੀਂ ਗਿਆ ਹੈਗਾ। ਤੇ ਪਿਛਲੇ ਸਾਲ ਗੜੇਮਾਰੀ ਹੋਈ ਸੀਗੀ 4-5 ਪਿੰਡਾਂ 'ਚ, ਜਿਨ੍ਹਾਂ ਵਿੱਚ
ਪੂਰਨ ਤੌਰ ਤੇ ਕਣਕ ਦਾ ਨੁਕਸਾਨ ਹੋਇਆ ਤੇ 14 ਮਹੀਨੇ ਵਿੱਚ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ। ਜਿਵੇਂ ਬੈਨੀਪਾਲ ਜੀ ਨੇ ਦੱਸਿਆ, ਕੋਈ ਗਿਰਦਾਵਰੀ ਨਹੀਂ ਕਰੀ, ਕੁਝ ਨਹੀਂ ਕੀਤਾ ਤੇ ਸਾਨੂੰ ਚੈੱਕ ਕਿੱਥੋਂ ਦੇ ਦੇਣਗੇ ਜਿਹੜੇ ਹੁਣ 3 ਮਹੀਨੇ ਮੰਗਦੇ ਆ। ਜਦ ਉਹਨਾਂ ਕੋਲ ਗਿਰਦੌਰੀ ਨਹੀਂ ਹੈਗੀ, ਕੋਈ ਰਿਕਾਰਡ ਨਹੀਂ ਹੈਗਾ ਵੀ ਕਿੰਨਾ ਨੁਕਸਾਨ ਹੋਇਆ ਦਾ, ਕਿੱਥੇ ਹੋਇਆ ਸੀ, ਉਹ ਸਾਨੂੰ ਮੁਆਵਜ਼ਾ ਕਿੱਥੋਂ ਦੇ ਦੇਣਗੇ? ਅੰਦਾਜ਼ਾ ਕਿੰਨਾ ਕੁ ਨੁਕਸਾਨ ਹੋ ਗਿਆ ਉਹਦਾ ਜੀ? 100% ਨੁਕਸਾਨ ਹੋਇਆ ਜੀ, ਇੰਨੀ ਗੜੇਮਾਰੀ ਇੰਨੀ ਗੜੇਮਾਰੀ ਹੋਈ ਸੀ। ਤੇ ਹੁਣ ਜਿਹੜਾ ਹੈ ਇਹ ਧਰਨਾ ਪ੍ਰਦਰਸ਼ਨ ਕਦੋਂ ਤੱਕ ਤੁਹਾਡਾ ਜਾਰੀ ਰਹੇਗਾ ਜੀ? ਤੇ ਦੇਖੋ ਲੋਕ ਹਿੱਤ ਮਿਸ਼ਨ ਤੇ ਜਿਹੜੇ ਸਾਡੇ ਉੱਗੇ ਮੈਂਬਰ ਨੇ ਉਹ ਸਲਾਹ ਮਸ਼ਵਰਾ ਕਰਕੇ ਜਿਵੇਂ ਵੀ ਸਾਨੂੰ ਰਣਨੀਤੀ ਦੇਣਗੇ ਅਸੀਂ ਇਹਨਾਂ ਦੇ ਨਾਲ ਖੜੇ ਆ। ਤੇ ਚਾਹੇ ਸਾਨੂੰ 2 ਮਹੀਨੇ 4 ਮਹੀਨੇ 6 ਮਹੀਨੇ ਦਾ ਟਾਈਮ ਲਾਉਣ, ਅਸੀਂ ਇਹਨਾਂ ਦੇ ਨਾਲ ਆ। ਮੈਡਮ ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਸਿੰਪਲ ਨਈਅਰ ਹੈ। ਤੇ ਕਿਹੜੀ ਸੰਸਥਾ ਵੱਲੋਂ ਅੱਜ ਜਿਹੜਾ ਧਰਨੇ ਦੇ ਵਿੱਚ ਸ਼ਾਮਲ ਹੋਏ ਹੋ? मैं किसी भी संस्था से नहीं हूँ, आई एम बेसिकली अ टीचर, बट मैं बहुत टाइम से देख रही हूँ किसानों को संघर्ष कर रहे हैं एंड मैं हुई पंजाब से हूँ और देख पता लगे क्रिश्चियन भाईचारे दे नाल संबंध रखते? हाँ जी बिल्कुल उनके साथ रखती हूँ। तो क्या क्रिश्चियन भाईचारा इस जो आज उरे टोल प्लाजा दे धरना प्रदर्शन कर रहे हैं उन्हां दे नाल है जी? बिल्कुल जी उनके साथ है। उन्हां दी तरफों तुसीं आए हो जी? हाँ जी उनकी। की कहना चाहते हो जी? बस यही कहना चाहती हूँ जो किसानों का नुकसान हो रहा है ये और जो काले कानून है वो सरकार को वापस लेने ही पड़ेंगे, चाहे कैसे भी लें, और इनको मुआवजा देना ही पड़ेगा। मतलब इतने भोले भाले किसान हैं। और मैं ये भी एक गुजारिश, मैंने पहले भी एक गुजारिश की है कि इस बार ये भी लीडर बन सकते हैं, ये भी लीडर बन सकते हैं। हमारे पंजाब में इतना पोटेंशियल है, इतनी कैपेबिलिटीज है कि हमें किसी लीडर की जरूरत ही नहीं है यहाँ पर। अगर आम आदमी लीडर बन जाए तो हमारे पंजाब मतलब खुशहाल पंजाब हो जाएगा। सो दिस इज द फैक्ट। अगर मैडम ये धरना होर ज्यादा अगे चलता गया क्रिश्चियन भाईचारा इन्हां दी हिमायत करूगा जी? बिल्कुल जी बिल्कुल। नॉट ओनली क्रिश्चियन कम्युनिटी बट फ्रॉम एवरी क्लास, सारी क्लासेस में से लोग उठ के आएंगे। ये सिर्फ क्रिश्चियन कम्युनिटी के लिए नहीं है बट सारी क्लासेस आएंगी। की नाम है जी ਤੁਹਾਡਾ? मैं जगदीश मसीह प्रेजिडेंट नैशनल क्रिश्चियन लीग। हाँ जी। ਇਹ ਮੈਂ ਕਿਸਾਨਾਂ ਦਾ ਜਦੋਂ ਤੱਕ ਮੁਆਵਜ਼ਾ ਪੰਜਾਬ ਸਰਕਾਰ ਨਹੀਂ ਦਿੰਦੀ ਉਦੋਂ ਤੱਕ ਈਸਾਈ ਭਾਈਚਾਰਾ ਇਹਨਾਂ ਦੀ ਹਮਾਇਤ ਨਾਲ ਖੜਾ ਹੈ ਔਰ ਕਾਂਗਰਸ ਨੂੰ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਅਸੀਂ ਕਿ ਜੇਕਰ ਇਹਨਾਂ ਦਾ ਇੱਕ ਹਫ਼ਤੇ ਦੇ ਵਿੱਚ ਇਹਨਾਂ ਨੂੰ ਮੁਆਵਜ਼ਾ ਨਾ ਦਿੱਤਾ ਗਿਆ ਤੇ ਆਉਣ ਵਾਲੇ ਸਮੇਂ ਵਿੱਚ ਅਸੀਂ ਮੁੱਖ ਮੰਤਰੀ ਪੰਜਾਬ ਦੀ ਰੈਜ਼ੀਡੈਂਸ ਦਾ ਘਿਰਾਓ ਕਰਾਂਗੇ ਜਥੇਬੰਦੀਆਂ ਦੀ ਸਹਿਮਤੀ ਨਾਲ। ਲੰਬੜਦਾਰ ਜੀ ਕੀ ਨਾਮ ਹੈ ਜੀ ਤੁਹਾਡਾ? ਬਲਵੰਤ ਸਿੰਘ ਪਿੰਡ ਮੁੰਦੋ ਸੰਗਤੀ। ਮੁੰਦੋ ਤੋਂ। ਤੇ ਕੀ ਕਹਿਣਾ ਚਾਹੁੰਦੇ ਹੋ ਜੋ ਅੱਜ ਜਿਹੜਾ ਬੜੌਦੀ ਟੋਲ ਪਲਾਜ਼ਾ ਦੇ ਕਿਸਾਨਾਂ ਵੱਲੋਂ ਧਰਨਾ ਲਗਾਇਆ ਗਿਆ ਹੈ? ਅਸੀਂ ਤਾਂ ਇਹੀ ਹੱਥ ਰੱਖੀ ਹੈ ਜਦੋਂ ਤੱਕ ਸਾਨੂੰ ਮੁਆਵਜ਼ਾ ਨਹੀਂ ਮਿਲਦਾ ਜਦ ਤੱਕ ਸਾਡਾ ਧਰਨਾ ਅੱਗੇ ਵੱਧਦਾ ਜਾਊਗਾ। ਹੋਇਆ ਕਾਹਦਾ ਮੁਆਵਜ਼ਾ ਮੰਗ ਰਹੇ ਹੋ? ਅਸਲ ਕੀ ਕਹਾਣੀ ਕੀ ਹੈ? 12-13 ਮਾਰਚ ਦੀ ਰਾਤ ਨੂੰ ਸਾਡੇ ਪਿੰਡ 7-8 ਪਿੰਡਾਂ ਵਿੱਚ ਗੜੇਮਾਰੀ ਦਾ ਨੁਕਸਾਨ ਬਹੁਤ ਜ਼ਬਰਦਸਤ ਹੋਇਆ ਜੀ। ਹਾਂਜੀ। ਜਦੋਂ ਕਿ ਡੰਗਰਾਂ ਨੂੰ ਚਾਰਾ ਵੀ ਬਿਲਕੁਲ ਨਹੀਂ ਰਿਹਾ, ਖਾਣ ਨੂੰ ਦਾਣੇ ਵੀ ਮੁੱਲ ਲਏ, ਸਭ ਕੁਝ ਮੁੱਲ ਲਿਆ ਜੀ ਅਸੀਂ। ਸਾਡੇ ਉਸ ਟਾਈਮ ਅਸੀਂ SDM ਸਾਹਿਬ ਨੂੰ ਖੁਦ ਬੁਲਾ ਕੇ ਖੈੜ ਤੇ ਲੈ ਕੇ ਆਏ ਜੀ। ਉਹਨਾਂ ਨੇ ਆ ਕੇ ਮੌਕਾ ਦੇਖਿਆ ਜੀ, ਮੌਕਾ ਦੇਖ ਕੇ ਉਹਨਾਂ ਨੇ ਕਿਹਾ ਵੀ 100% ਨੁਕਸਾਨ ਹੈ ਜੀ ਤੁਹਾਡਾ। ਗਿਰਦੌਰੀ ਕਰਾਉਣੇ ਦੇ ਹੁਕਮ ਦਿੱਤੇ ਜੀ, ਅਸੀਂ ਗਿਰਦੌਰੀ ਕਰਾਈ, ਕਾਗਜ਼ ਪੱਤਰ ਸਾਰੇ SDM ਸਾਹਿਬ ਪਾ ਭੇਜੇ। ਉਹ ਕਹਿੰਦੇ ਜੀ ਅਸੀਂ ਅੱਗੇ ਭੇਜਤੇ ਕਾਗਜ਼। ਹੁਣ ਕੱਲ ਪਟਵਾਰੀ ਪਾਸੇ ਸਾਨੂੰ ਸੂਚਨਾ ਮਿਲੀ ਜੀ ਅਜੇ ਦੁਬਾਰਾ ਰਿਪੋਰਟ ਮੰਗ ਰਹੇ। ਤੇ ਹੁਣ ਜਿਹੜਾ ਇਹ ਧਰਨਾ ਪ੍ਰਦਰਸ਼ਨ ਹੈ ਕਿਆ ਅਣਮਿੱਥੇ ਸਮੇਂ ਲਈ ਹੈ? ਅਣਮਿੱਥੇ ਸਮੇਂ ਲਈ ਜਦ ਤੱਕ ਪੈਸੇ ਨਹੀਂ ਮਿਲਦੇ ਜਦ ਤੱਕ ਧਰਨਾ ਜਾਰੀ ਰਹੂਗਾ। ਤੁਸੀਂ ਦੇਖ ਹੀ ਲਿਆ ਹੈ ਕਿ ਬੜੌਦੀ ਟੋਲ ਪਲਾਜ਼ਾ ਦੇ ਉੱਤੇ ਜਿਹੜਾ ਕਿਸਾਨਾਂ ਦੇ ਵੱਲੋਂ ਅਣਮਿੱਥੇ ਸਮੇਂ ਦੇ ਲਈ ਧਰਨਾ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਤੇ ਤੁਸੀਂ ਸੁਣ ਵੀ ਲਿਆ ਹੈ ਲੋਕ ਹਿੱਤ ਮਿਸ਼ਨ ਦੇ ਮੈਂਬਰਾਂ ਦੇ ਵੱਲੋਂ, ਕਿਸਾਨਾਂ ਦੇ ਵੱਲੋਂ ਵੀ ਜਿਹੜਾ ਕਿਹਾ ਜਾ ਰਿਹਾ ਹੈ ਕਿ ਜਦੋਂ ਤੱਕ ਪਿਛਲੇ ਸਾਲ 1 ਸਾਲ ਤੋਂ ਜਿਹੜੇ ਫਸਲਾਂ ਦੇ ਹੋਏ ਨੁਕਸਾਨ ਨੂੰ ਲੈ ਕੇ ਜਿਹੜਾ ਹੈ ਹਜੇ ਤੱਕ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ, ਜਿਸ ਕਾਰਨ ਕਿਸਾਨਾਂ ਨੇ ਜਿਹੜਾ ਅੱਜ ਅਣਮਿੱਥੇ ਸਮੇਂ ਦੇ ਲਈ ਇਸ ਰੋਡ ਨੂੰ ਜਿਹੜਾ ਹੈ ਬਲੌਕ ਕਰ ਦਿੱਤਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਖਬਰ ਲੱਗਣ ਤੋਂ ਬਾਅਦ ਸਰਕਾਰ ਤੇ ਪ੍ਰਸ਼ਾਸਨ ਕਿੰਨਾ ਕੁ ਜਾਗਦੀ ਹੈ ਜਾਂ ਉਹਨਾਂ ਨੂੰ ਮੁਆਵਜ਼ਾ ਮਿਲਦਾ ਜਾਂ ਕਿਸਾਨਾਂ ਨੂੰ ਹੋਰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ। ਕੁਰਾਲੀ ਤੋਂ ਕੈਮਰਾਮੈਨ ਪ੍ਰਦੀਪ ਵਰਮਾ ਦੇ ਨਾਲ ਡੇਵਿਡ ਵਰਮਾ ਦੀ ਖਾਸ ਰਿਪੋਰਟ।